वाहिगुरु जी का खालसा वाहिगुरु जी की फतेह। आप सब ਦੇ ਮੁਖਾਤਿਬ ਹਾਂ। ਮੈਂ ਭੁਪਿੰਦਰ ਸਿੰਘ ਭਾਈ ਖੇਲ। ਅੱਜ ਚਰਚਾ ਕਰ ਰਹੇ ਹਾਂ ਅਮਰੀਕਾ ਵਿੱਚ ਰਾਹੁਲ ਗਾਂਧੀ ਵੱਲੋਂ ਭਾਰਤ ਵਿੱਚ ਸਿੱਖਾਂ ਬਾਰੇ ਦਿੱਤੇ ਗਏ ਬਿਆਨ ਦੀ ਸੱਚਾਈ ਨੂੰ ਲੈ ਕੇ ਕਿ ਵਾਕਈ ਰਾਹੁਲ ਗਾਂਧੀ ਦੀ ਟਿੱਪਣੀ ਬੇਤੁਕੀ ਹੈ ਜਾਂ ਇਸ ਵਿੱਚ ਕੋਈ ਸੱਚਾਈ ਵੀ ਹੈ। ਇਸ ਬਿਆਨ ਨੂੰ ਲੈ ਕੇ ਜੋ ਹੰਗਾਮਾ ਹੋ ਰਿਹਾ ਹੈ ਉਸ ਵਿੱਚ ਕਿੰਨਾ ਸਿਆਸੀ ਅਫਸਾਨਾ ਹੈ ਅਤੇ ਕਿੰਨੀ ਹਕੀਕਤ। ਇਹ ਵੀ ਕਿ ਕਈ ਸਿੱਖਾਂ ਨੇ ਰਾਹੁਲ ਦੇ ਬਿਆਨ ਦਾ ਵਿਰੋਧ ਕੀਤਾ ਹੈ। ਆਖਿਰ ਕਿਉਂ? ਪੰਜਾਬੀ ਅਖਬਾਰਾਂ ਨੇ ਕੀ ਲਿਖਿਆ ਇਹ ਵੀ ਜਾਣਾਂਗੇ। ਅਮਰੀਕਾ ਫੇਰੀ ਦੌਰਾਨ ਰਾਹੁਲ ਗਾਂਧੀ ਵੱਲੋਂ ਸਿੱਖਾਂ ਨੂੰ ਲੈ ਕੇ ਦਿੱਤੇ ਗਏ ਬਿਆਨ ਤੇ ਪ੍ਰਤੀਕਿਰਿਆਵਾਂ ਰੁਕਣ ਦਾ ਨਾਂ ਨਹੀਂ ਲੈ ਰਹੀਆਂ। ਬੀਜੇਪੀ ਵਾਲਿਆਂ ਦੀ ਭੜਕਾਹਟ ਦਾ ਸਬਬ ਸਮਝਿਆ ਜਾ ਸਕਦਾ ਹੈ। ਕਈ ਸਿੱਖਾਂ ਨੂੰ ਵੀ ਅਟਪਟਾ ਲੱਗ ਰਿਹਾ ਹੈ। ਭਾਲਿੰਦਰ ਸਿੰਘ ਵਿਰਮਾਨੀ ਜੋ ਖੁਦ ਪੱਤਰਕਾਰ ਹਨ ਅਤੇ ਉੱਥੇ ਮੋਹਰੀ ਸੀਟ ਤੇ ਬੈਠੇ ਹੋਏ ਸਨ, ਜਿਨ੍ਹਾਂ ਨੂੰ ਦੇਖਦੇ ਹੋਏ ਰਾਹੁਲ ਗਾਂਧੀ ਨੇ ਇਹ ਬਿਆਨ ਦਿੱਤੇ ਸੀ, ਉਹ ਵੀ ਕਈ ਪਲੇਟਫਾਰਮਾਂ ਤੇ ਸਫਾਈ ਦੇ ਚੁੱਕੇ ਹਨ कि वो राहुल गांधी दे बयान नाल इत्तेफाक नहीं रखते। उनका ये मानना था कि भारत में जो धार्मिक चिन्ह हैं उन पर आज़ादी नहीं है, पहनने पर आज़ादी नहीं है, जो कि बिल्कुल गलत है। राहुल दे बयान दे दूजे दिन ही पंजाबी अखबारां दी प्रतिक्रियावां भी देखण वालियां हन। गौर करन वाली गल यह है कि यह बयान विवाद बनिया बाद विच भाजपा दे खेमे तो इस दे बाद ही आरोप ਅਤੇ ਸਫਾਈਆਂ ਦੇ ਦੌਰ ਸ਼ੁਰੂ ਹੋਏ। ਇਹ ਵੀ ਕਿ ਰਾਹੁਲ ਦੇ ਇਸ ਬਿਆਨ ਤੇ ਉੱਥੇ ਸਮਾਗਮ ਵਿੱਚ ਬੈਠੇ ਕਿਸੇ ਵੀ ਪੱਤਰਕਾਰ ਨੇ ਕੋਈ ਸਵਾਲ ਨਹੀਂ ਉਠਾਇਆ, ਨਾ ਹੀ ਖੁਦ ਪੱਤਰਕਾਰ ਭਾਲਿੰਦਰ ਸਿੰਘ ਵਿਰਮਾਨੀ ਨੇ, ਜਿਨ੍ਹਾਂ ਨੂੰ ਦੇਖ ਕੇ ਰਾਹੁਲ ਗਾਂਧੀ ਨੇ ਉਹਨਾਂ ਦਾ ਨਾਮ ਪੁੱਛਿਆ ਅਤੇ ਮਿਸਾਲ ਦਿੱਤੀ ਸੀ। ਇਸ ਭਾਲਿੰਦਰ ਸਿੰਘ ਵਿਰਮਾਨੀ ਨੇ ਵੀ ਬਾਅਦ ਵਿੱਚ ਹੀ ਆਪਣੀ ਸਫਾਈ ਦਿੱਤੀ ਹੈ। ਮਸਲਾ ਕੰਟਰੋਵਰਸੀ ਬਣਨ ਦੇ ਬਾਅਦ ਰਾਹੁਲ ਨੇ ਤਾਂ 1000 ਵਰਗ ਕਿਲੋਮੀਟਰ ਰਕਬੇ ਦੇ ਚੀਨ ਵੱਲੋਂ ਕੀਤੇ ਗਏ ਕਬਜ਼ੇ ਦੀ ਗੱਲ ਵੀ ਕੀਤੀ ਸੀ। ਉਸ ਤੇ ਭਾਜਪਾ ਚੁੱਪ ਰਹੀ, ਲੇਕਿਨ ਸਿੱਖਾਂ ਦੇ ਮੁੱਦੇ ਨੂੰ ਚੁੱਕ ਲਿਆ, ਕਿਉਂਕਿ ਭਾਜਪਾ ਨੂੰ ਆਉਂਦਾ ਹੀ ਇਹੀ ਹੈ। ਪਹਿਲਾਂ ਜਾਣਦੇ ਹਾਂ ਕਿ ਇਸ ਮਸਲੇ ਤੇ ਪੰਜਾਬੀ ਅਖਬਾਰਾਂ ਦੀ ਕੀ ਰਾਏ ਹੈ। ਰਾਹੁਲ ਦੀ ਇਸ ਟਿੱਪਣੀ ਨੂੰ ਲੈ ਕੇ ਅਜੀਤ ਨੇ ਆਪਣੀ ਸੰਪਾਦਕੀ ਅਪਰੌੜ ਆਗੂ ਲਿਖੀ। ਰਾਹੁਲ ਗਾਂਧੀ ਨੂੰ ਸੀਮਿਤ ਸੋਚ ਵਾਲਾ ਦੱਸਿਆ। ਅਖਬਾਰ ਨੇ ਲਿਖਿਆ ਹੈ ਕਿ ਰਾਹੁਲ ਗਾਂਧੀ ਦੀ ਸਿੱਖਾਂ ਬਾਰੇ ਟਿੱਪਣੀ ਬਚਕਾਨਾ ਹੀ ਨਹੀਂ ਸਗੋਂ ਬੇਹੱਦ ਇਤਰਾਜ਼ਯੋਗ ਹੈ। ਇਸ ਲਈ ਉਸ ਨੂੰ ਸਮੁੱਚੇ ਸਿੱਖ ਜਗਤ ਤੋਂ ਮੁਆਫੀ ਮੰਗਣੀ ਚਾਹੀਦੀ ਹੈ। ਅਖਬਾਰ ਨੇ ਨਰਿੰਦਰ ਮੋਦੀ ਦੇ ਸਿੱਖਾਂ ਵਾਸਤੇ ਕੀਤੇ ਅਹਿਸਾਨ ਵੀ ਗਿਣਾਏ ਹਨ। ਇਹ ਤਸੀ ਅਜੀਤ ਦੀ ਟਿੱਪਣੀ। ਇਸੇ ਤਰ੍ਹਾਂ ਰੋਜ਼ਾਨਾ ਸਪੋਕਸਮੈਨ ਨੇ ਪ੍ਰਤੀਕਿਰਿਆ ਦਿੱਤੀ। कौन पढ़ाएगा राहुल गांधी ਨੂੰ ਸਮਕਾਲੀਨ ਇਤਿਹਾਸ? ਅਖਬਾਰ ਲਿਖਦਾ ਹੈ ਕਿ ਉਹਨਾਂ ਯਾਨੀ ਰਾਹੁਲ ਗਾਂਧੀ ਨੇ ਜੋ ਦ੍ਰਿਸ਼ਕ੍ਰਮ ਰਚਿਆ ਹੈ ਉਹ ਕੈਨੇਡਾ ਅਮਰੀਕਾ ਬੈਠੇ ਖਾਲਿਸਤਾਨੀ ਅਨਸਰਾਂ ਵੱਲੋਂ ਰਚੇ ਬਿਰਤਾਂਤ ਵਿੱਚ ਤਾਂ ਫਿੱਟ ਬੈਠਦਾ ਹੈ, ਭਾਰਤ ਵਿੱਚ ਬੈਠੇ ਸਿੱਖਾਂ ਦਾ ਅਕਸ ਖਰਾਬ ਕਰਨ ਵਾਲਾ ਹੈ। ਖਾਸ ਤੌਰ ਤੇ ਪੰਜਾਬੋਂ ਬਾਹਰ ਬੈਠੇ ਸਿੱਖਾਂ ਲਈ ਬੇਲੋੜੀ ਸਿਰਦਰਦੀ ਪੈਦਾ ਕਰਨ ਵਾਲਾ ਹੈ। ਰਾਹੁਲ ਗਾਂਧੀ ਵੱਲੋਂ ਭਾਜਪਾ ਤੋਂ ਸਿੱਖੀ ਨੂੰ ਖਤਰੇ ਦੀ ਗੱਲ ਕਰਨਾ ਅਸ਼ੋਭਨੀਕ ਜਾਪਦਾ ਹੈ। ਅਖਬਾਰ ਲਿਖਦਾ ਹੈ ਕਿ ਅਜਿਹੇ ਤਰਕ ਅਤੇ ਦਾਅਵੇ ਬੇਤੁਕੇ ਹਨ ਕਿ ਜੋ ਭਾਜਪਾ ਅੱਜ ਮੁਸਲਿਮ ਔਰਤਾਂ ਦੇ ਹਿਜਾਬ ਨੂੰ ਹੱਥ ਪਾ ਸਕਦੀ ਹੈ ਤਾਂ ਭਲਕੇ ਸਿੱਖਾਂ ਦੀ ਪੱਗ ਰੋਲਣ ਵਰਗਾ ਕੰਮ ਵੀ ਕਰ ਸਕਦੀ ਹੈ। ਅਖਬਾਰ ਨੇ ਤਰਕ ਦਿੱਤਾ ਹੈ ਕਿ ਭਾਜਪਾ ਅਤੇ RSS ਦਾ ਰਵੱਈਆ ਮੁਸਲਮਾਨਾਂ ਅਤੇ ਈਸਾਈਆਂ ਲਈ ਹੋਰ ਹੈ, ਜਦਕਿ ਭਾਰਤ ਵਿੱਚ ਪੈਦਾ ਹੋਏ ਧਰਮਾਂ ਲਈ ਵੱਖਰਾ। ਇਸ ਲਈ ਸਿੱਖਾਂ ਦੇ ਪ੍ਰਸੰਗ ਵਿੱਚ ਮੁਸਲਮਾਨਾਂ ਨਾਲ ਵਿਤਕਰੇ ਨੂੰ ਢਾਲ ਬਣਾ ਕੇ ਵਰਤਣਾ ਨਾ ਸਿਰਫ ਅਫਸੋਸਨਾਕ ਹੈ ਬਲਕਿ ਸ਼ਰਾਰਤਪੂਰਨ ਵੀ ਹੈ। ਦੋਨਾਂ ਅਖਬਾਰਾਂ ਦੇ ਵਿਚਾਰ ਤੁਸੀਂ ਸੁਣ ਲਏ। ਇਹ ਪੰਜਾਬ ਨੂੰ ਕੀ ਸੇਧ ਦੇ ਰਹੇ ਹਨ ਇਹ ਵੀ ਸਪਸ਼ਟ ਹੋ ਰਿਹਾ ਹੈ। ਇਹਨਾਂ ਦੇ ਸੰਪਾਦਕੀ ਵਿੱਚ ਲਿਖੇ ਹੋਰ ਮੁੱਦਿਆਂ ਤੇ ਤਾਂ ਇੱਥੇ ਗੱਲ ਨਹੀਂ ਕੀਤੀ ਜਾ ਸਕਦੀ, ਪਰ ਰਾਹੁਲ ਗਾਂਧੀ ਦੇ ਇਸ ਵਿਵਾਦਿਤ ਬਿਆਨ ਦੀ ਰੌਸ਼ਨੀ ਵਿੱਚ ਹੀ ਅਸੀਂ ਤੱਥਾਂ ਅਤੇ ਹਾਲਾਤਾਂ ਦਾ ਵਿਸ਼ਲੇਸ਼ਣ ਕਰਨ ਦੀ ਕੋਸ਼ਿਸ਼ ਕਰਾਂਗੇ। ਇਸ ਤੋਂ ਪਹਿਲਾਂ ਇਹ ਜਾਣਦੇ ਹਾਂ ਕਿ ਰਾਹੁਲ ਗਾਂਧੀ ਨੇ ਕਿਹਾ ਕੀ ਅਤੇ ਉਹ ਕਹਿਣਾ ਕੀ ਚਾਹੁੰਦੇ ਸਨ। ਇਹ ਦੱਸਣ ਤੋਂ ਪਹਿਲਾਂ ਰਾਹੁਲ ਗਾਂਧੀ ਦੇ ਬਿਆਨ ਨੂੰ ਦੁਬਾਰਾ ਸੁਣਦੇ ਹਾਂ। ਬਲਿੰਦਰ ਸਿੰਘ, the fight is about whether he as a Sikh is going to be allowed to wear his turban in India, or he as a Sikh
is going to be allowed to wear a kada in India. Or he as a Sikh is going to be able to go to Gurdwara. That's what the fight is about. And not just for him. For all religions. ਰਾਹੁਲ ਨੇ ਆਪਣੀ ਗੱਲ ਕਰਨ ਲਈ ਸਾਹਮਣੇ ਬੈਠੇ ਸਿੱਖ ਨੂੰ ਉਦਾਹਰਣ ਦੇ ਤੌਰ ਤੇ ਲਿਆ, ਆਡੀਅנס ਨਾਲ ਕਨੈਕਟ ਕਰਦੇ ਹੋਏ ਉਸੇ ਦੇ ਧਾਰਮਿਕ ਚਿੰਨ੍ਹਾਂ ਨੂੰ ਹਵਾਲੇ ਵਜੋਂ ਦੱਸਣਾ ਸ਼ੁਰੂ ਕਰ ਦਿੱਤਾ। ਰਾਹੁਲ ਦੇ ਇਹ ਵਾਕ ਸੁਣ ਕੇ ਸਤਹੀ ਸੋਚ ਵਾਲੇ ਨੂੰ ਜ਼ਰੂਰ ਲੱਗੇਗਾ ਕਿ ਅਜਿਹਾ ਤਾਂ ਹੈ ਨਹੀਂ, ਦੇਖਣ ਨੂੰ ਤਾਂ ਭਾਰਤ ਵਿੱਚ ਸਿੱਖਾਂ ਨੂੰ ਪੂਰੀ ਆਜ਼ਾਦੀ ਹੈ। ਲੇਕਿਨ ਸਿੱਖਾਂ ਨੂੰ ਨਿਤ ਦਰਪੇਸ਼ ਹੁੰਦੇ ਮਸਲਿਆਂ ਦੇ ਜਾਣਕਾਰਾਂ ਨੂੰ, ਖਾਸ ਤੌਰ ਤੇ ਭਾਜਪਾ ਦੇ ਏਜੰਡੇ ਦੀ ਸਮਝ ਰੱਖਣ ਵਾਲਿਆਂ ਨੂੰ ਸਮਝ ਆ ਗਿਆ ਕਿ ਅਸਲ ਸੱਚ ਕੀ ਹੈ। ਭਾਰਤ ਵਿੱਚ ਸਿੱਖਾਂ ਦੀ ਪੋਜੀਸ਼ਨ ਤੇ ਬਾਅਦ ਵਿੱਚ ਆਉਂਦੇ ਹਾਂ। ਪਹਿਲਾਂ ਸਾਨੂੰ ਇਹ ਸਮਝਣਾ ਪਵੇਗਾ ਕਿ ਰਾਹੁਲ ਗਾਂਧੀ ਕਹਿਣਾ ਕੀ ਚਾਹੁੰਦੇ ਸਨ। ਜੋ ਉਹਨਾਂ ਇਸੇ ਲੈਕਚਰ ਵਿੱਚ ਅੱਗੇ ਕਿਹਾ, ਉਹਨਾਂ ਅੱਗੇ ਕਿਹਾ ਕਿ ਲੜਾਈ ਸਿਆਸਤ ਨੂੰ ਲੈ ਕੇ ਨਹੀਂ, ਬਲਕਿ ਧਾਰਮਿਕ ਆਜ਼ਾਦੀ ਅਤੇ ਧਾਰਮਿਕ ਪਛਾਣ ਬਾਰੇ ਹੈ। ਸੰਘ ਅਰਥਾਤ RSS ਕੁਝ ਧਰਮਾਂ, ਭਾਸ਼ਾਵਾਂ ਅਤੇ ਭਾਈਚਾਰਿਆਂ ਨੂੰ ਤੁੱਛ ਮੰਨਦਾ ਹੈ ਅਤੇ ਲੜਾਈ ਇਸੇ ਚੀਜ਼ ਦੀ ਹੈ। ਇਹ ਉਹਨਾਂ ਕਿਹਾ। ਇਹੀ ਗੱਲ ਉਹ ਭਾਰਤ ਵਿੱਚ ਵੀ ਕਰਦੇ ਹਨ। ਇੱਥੇ ਮੁਸਲਮਾਨਾਂ ਦੀ ਮਿਸਾਲ ਦੇ ਕੇ ਕਰਦੇ ਹਨ। ਅਮਰੀਕਾ ਵਿੱਚ ਸਾਹਮਣੇ ਸਿੱਖ ਬੈਠਾ ਸੀ, ਉਸ ਨੂੰ ਦੇਖ ਕੇ ਉਸ ਦੀ ਮਿਸਾਲ ਬਣਾ ਕੇ ਗੱਲ ਕੀਤੀ, ਕਿਉਂਕਿ ਆਡੀਅנס ਨਾਲ ਕਨੈਕਟ ਕਰਕੇ ਆਪਣੀ ਗੱਲ ਰੱਖੀ ਗਈ ਸੀ। ਕੀ ਰਾਹੁਲ ਦਾ ਬਿਆਨ ਗਲਤ ਹੈ ਕਿ ਭਾਰਤ ਵਿੱਚ ਸਿੱਖ ਨਿਰਭੈ ਹੋ ਕੇ ਰਹਿ ਰਹੇ ਹਨ, ਜਾਂ ਭਵਿੱਖ ਵਿੱਚ ਭਾਰਤ ਵਿੱਚ ਰਹਿੰਦੇ ਸਿੱਖਾਂ ਨੂੰ ਇਸ ਤਰ੍ਹਾਂ ਦਾ ਕੋਈ ਖਤਰਾ ਨਹੀਂ? ਕੀ ਕਾਂਗਰਸ ਦਾ ਇਹ ਤਰਕ ਬਿਲਕੁਲ ਹੀ ਆਧਾਰਹੀਣ ਹੈ ਕਿ ਜੇ ਭਾਜਪਾ ਅੱਜ ਹਿਜ਼ਾਬ ਦਾ ਵਿਰੋਧ ਕਰਦੀ ਹੈ, ਕੱਲ ਨੂੰ ਸਿੱਖਾਂ ਦੀ ਪੱਗ ਨੂੰ ਹੱਥ ਪਾਵੇਗੀ? ਸਿੱਖ ਇਮਾਨਦਾਰੀ ਨਾਲ ਖੁਦ ਨੂੰ ਹੀ ਪੁੱਛ ਲੈਣ। ਠੀਕ ਹੈ ਕਿ ਰਾਹੁਲ ਗਾਂਧੀ ਨੂੰ ਸਿੱਖਾਂ ਬਾਰੇ ਸਮਝ ਘੱਟ ਹੋ ਸਕਦੀ ਹੈ, ਲੇਕਿਨ ਭਾਜਪਾ ਅਤੇ RSS ਦੀ ਨੀਤੀ ਅਤੇ ਨੀਅਤ ਬਾਰੇ ਉਸ ਦੀ ਸਮਝ ਬਾਕਮਾਲ ਹੈ। ਇਸੇ ਸਮਝ ਦੇ ਬੂਤੇ ਅੱਜ ਉਹ ਭਾਜਪਾ ਨੂੰ ਬੈਸਾਖੀਆਂ ਤੇ ਲਿਆ ਖੜਾ ਕਰਨ ਵਿੱਚ ਕਾਮਯਾਬ ਹੋਇਆ ਹੈ। ਇਸ ਸੱਚ ਨੂੰ ਸਮਝੋ। ਇਹ ਵੀ ਚੰਗੀ ਤਰ੍ਹਾਂ ਸਮਝ ਲਵੋ ਕਿ RSS ਅਤੇ ਭਾਜਪਾ ਕਿਸ ਤਰ੍ਹਾਂ ਦਾ ਭਾਰਤ ਚਾਹੁੰਦੀ ਹੈ। ਕੀ ਹਿੰਦੂ ਰਾਸ਼ਟਰ ਭਾਜਪਾ ਦਾ ਨਿਸ਼ਾਨਾ ਨਹੀਂ? ਕਿ ਸੰਵਿਧਾਨ ਵਿੱਚ ਮੌਜੂਦ ਸੈਕੂਲਰ ਸ਼ਬਦ ਵਰਗੇ ਲਫ਼ਜ਼ਾਂ ਤੋਂ ਭਾਜਪਾ ਨੂੰ ਤਕਲੀਫ ਨਹੀਂ ਹੈ? ਕੀ ਇਹ ਸੱਚ ਨਹੀਂ ਕਿ ਸੰਵਿਧਾਨ ਬਦਲਣ ਦੇ ਇਰਾਦੇ ਨੂੰ ਲੈ ਕੇ ਹੀ ਭਾਜਪਾ ਨੇ ਅਬ ਕੀ ਬਾਰ 400 ਪਾਰ ਦਾ ਨਾਰਾ ਦਿੱਤਾ ਸੀ? RSS ਅਤੇ ਭਾਜਪਾ ਦੀ ਅਸਲ ਮਨਸ਼ਾ ਕੀ ਹੈ? ਉਸ ਨੂੰ ਯੂਨੀਫਾਰਮ ਸਿਵਲ ਕੋਡ ਲਾਗੂ ਕਰਨ ਦੀ ਕੀ ਲੋੜ ਹੈ? ਸਾਰੀਆਂ ਸੰਵਿਧਾਨਿਕ ਸੰਸਥਾਵਾਂ ਤੇ ਕਾਬਜ਼ ਹੋਣ ਪਿੱਛੇ ਨੀਅਤ ਕੀ ਹੈ? ਇਹਨਾਂ ਨੂੰ ਸੰਘ ਦੇ ਏਜੰਡੇ ਨਾਲ ਜੋੜ ਕੇ ਦੇਖੋ। ਬਿਲਕੁਲ ਸਾਫ਼ ਹੈ ਕਿ ਭਾਜਪਾ ਕਿਸੇ ਵੀ ਤਰ੍ਹਾਂ ਵੱਡੇ ਬਹੁਮਤ ਨਾਲ ਕਾਬਜ਼ ਹੋ ਕੇ ਭਾਰਤ ਨੂੰ ਹਿੰਦੂ ਰਾਸ਼ਟਰ ਬਣਾਉਣਾ ਚਾਹੁੰਦੀ ਹੈ, ਮਨੁਸਮ੍ਰਿਤੀ ਲਾਗੂ ਕਰਨਾ ਚਾਹੁੰਦੀ ਹੈ, ਵਿਪੱਖ ਮੁਕਤ ਹਿੰਦੂ ਰਾਸ਼ਟਰ ਜੋ ਇੱਕ ਰਾਸ਼ਟਰ, ਇੱਕ ਧਰਮ, ਇੱਕ ਭਾਸ਼ਾ, ਇੱਕ ਸੱਭਿਅਤਾ ਦੇ ਸੁਪਨੇ ਤੇ ਆਧਾਰਿਤ ਹੈ। ਉਸ ਵਿੱਚ ਦੂਜਿਆਂ ਲਈ ਉਹ ਥਾਂ ਨਹੀਂ। ਦੂਜੇ ਧਰਮ ਹੋਣਗੇ, ਦੂਜੀਆਂ ਭਾਸ਼ਾਵਾਂ ਵੀ ਹੋਣਗੀਆਂ, ਇੱਕਦਮ ਮਿਟ ਵੀ ਨਹੀਂ ਸਕਦੀਆਂ, ਲੇਕਿਨ ਉਹਨਾਂ ਦਾ ਦਰਜਾ ਦੂਜਾ ਹੋਵੇਗਾ। ਨਤੀਜਾ ਐਸੀਮੀਲੇਸ਼ਨ ਜਾਂ ਐਲੀਮੀਨੇਸ਼ਨ। ਰਲ ਜਾਓਗੇ ਜਾਂ ਰੋਲ ਦਿੱਤੇ ਜਾਓਗੇ। ਇਹ ਵੱਖਰੀ ਗੱਲ ਹੈ ਕਿ ਹਾਲ ਦੀ ਘੜੀ 2024 ਦੀਆਂ ਲੋਕ ਸਭਾ ਚੋਣਾਂ ਦੇ ਨਤੀਜਿਆਂ ਨੇ ਭਾਜਪਾ ਦੇ ਇਸ ਸੁਪਨੇ ਨੂੰ ਬ੍ਰੇਕਾਂ ਲਗਾ ਦਿੱਤੀਆਂ ਹਨ, ਲੇਕਿਨ ਖਤਰਾ ਟਲਿਆ ਨਹੀਂ ਹੈ। ਰਾਹੁਲ ਗਾਂਧੀ ਇਸੇ ਖਤਰੇ ਦੀ ਗੱਲ ਕਰ ਰਹੇ ਹਨ। ਬਿਨਾਂ ਸ਼ੱਕ ਉਹਨਾਂ ਦੇ ਵੀ ਸਿਆਸੀ ਹਿੱਤ ਹਨ, ਉਹ ਵੀ ਸੱਤਾ ਦੀ ਸਿਆਸਤ ਹੀ ਕਰ ਰਹੇ ਹਨ, ਲੇਕਿਨ ਇਸ ਮੁੱਦੇ ਤੇ ਉਹ ਭਾਰਤ ਦੇ ਬਹੁਧਰਮੀ, ਬਹੁਭਾਸ਼ਾਈ, ਬਹੁਸੱਭਿਅਤਾ, ਬਹੁਖੇਤਰੀਅਤਾ ਅਤੇ ਬਹੁਕੌਮੀ ਸਰੂਪ ਨੂੰ ਸਵੀਕਾਰ ਕਰ ਰਹੇ ਹਨ। ਇਸ ਦੀ ਰਾਖੀ ਲਈ ਆਵਾਜ਼ ਉਠਾ ਰਹੇ ਹਨ। ਜੇ ਭਾਰਤ ਦੀ ਇਹੀ ਵਿਭਿੰਨਤਾ ਮਰਦੀ ਹੈ, ਡਾਇਵਰਸਿਟੀ ਮਰਦੀ ਹੈ, ਤਾਂ ਅੱਜ ਮੁਸਲਮਾਨ ਤੇ ਕੱਲ ਨੂੰ ਕੀ ਈਸਾਈ ਤੇ ਕੀ ਸਿੱਖ ਬਚੇ ਖੁਚੇ ਹੱਕ ਵੀ ਗਵਾ ਲੈਣਗੇ। ਜਿਸ ਕਰਕੇ ਸਿੱਖਾਂ ਨੇ 1975 ਦੀ ਐਮਰਜੈਂਸੀ ਦਾ ਵਿਰੋਧ ਕੀਤਾ ਸੀ, ਅਨੰਦਪੁਰ ਸਾਹਿਬ ਦਾ ਮਤਾ ਲਿਆਂਦਾ ਸੀ। ਇਸੇ ਕਰਕੇ ਅੱਜ ਸੰਘ ਅਤੇ ਭਾਜਪਾ ਦਾ ਵਿਰੋਧ ਕੀਤਾ ਜਾਣਾ ਬਣਦਾ ਹੈ।
ਰਾਹੁਲ ਦੇ ਬਿਆਨ ਨੂੰ ਉਸ ਦੀ ਅਪ੍ਰੌੜਤਾ, ਇਮੈਚਿਓਰਿਟੀ ਮੰਨਣ ਵਾਲਿਆਂ ਜਾਂ ਮਜ਼ਾਕ ਸਮਝਣ ਵਾਲੇ ਸਿੱਖਾਂ ਨੂੰ ਆਪਣੇ ਅੰਦਰ ਵੀ ਝਾਕ ਲੈਣਾ ਚਾਹੀਦਾ ਹੈ। 1984 ਦੇ ਘੱਲੂਘਾਰੇ ਨੂੰ ਲੈ ਕੇ ਇੰਦਰਾ ਗਾਂਧੀ ਜਾਂ ਕਾਂਗਰਸ ਦਾ ਵਿਰੋਧ ਦਾ ਮਤਲਬ ਇਹ ਨਹੀਂ ਕਿ ਭਾਜਪਾ ਅਤੇ ਸੰਘ ਦੀ ਗੋਦੀ 'ਚ ਜਾ ਕੇ ਬੈਠ ਜਾਓ। ਭਾਜਪਾ ਅਤੇ ਕਮਿਊਨਿਸਟਾਂ ਦੇ ਸਮਰਥਨ ਦੇ ਬਗੈਰ 1984 ਨਹੀਂ ਸੀ ਵਾਪਰ ਸਕਦਾ। ਇਹ ਗੱਲ ਸਮਝਣ ਵਾਲੀ ਹੈ। ਇੱਕ ਨੇ ਤੁਹਾਡੀ ਸਰੀਰਕ ਨਸਲਕੁਸ਼ੀ ਕੀਤੀ ਤਾਂ ਦੂਜੀ ਤੁਹਾਡੀ ਸਿਧਾਂਤਕ ਨਸਲਕੁਸ਼ੀ ਕਰ ਰਿਹਾ ਹੈ। ਇੱਕ ਨੇ ਗੁਰਦੁਆਰਿਆਂ ਤੇ ਬੰਬਾਰੀ ਕਰਕੇ ਸਿੱਖਾਂ ਨੂੰ ਮਾਰ ਕੇ ਸਿੱਖਾਂ ਨੂੰ ਡਰਾਉਣਾ ਚਾਹਿਆ ਤਾਂ ਦੂਜਾ ਤੁਹਾਡੇ ਉਸੇ ਡਰ ਰਾਹੀਂ ਤੁਹਾਡੀ ਹੋਂਦ ਨੂੰ ਖਤਮ ਕਰ ਰਿਹਾ ਹੈ। 1984 ਨੇ ਤਾਂ ਸਿੱਖਾਂ ਦੀ ਇੱਕ ਪੀੜ੍ਹੀ ਖਪਾ ਦਿੱਤੀ ਸੀ। ਇਹ ਮਨੂਵਾਦੀ ਅਜਗਰ ਤਾਂ ਸਿੱਖਾਂ ਦੀਆਂ ਆਉਣ ਵਾਲੀਆਂ ਕਈ ਪੁਸ਼ਤਾਂ ਹੀ ਨਿਗਲ ਰਿਹਾ ਹੈ। ਜੋ ਤੁਹਾਡੇ ਗੁਰਦੁਆਰਿਆਂ ਅਤੇ ਸੰਸਥਾਵਾਂ ਤੇ ਕਾਬਜ਼ ਹੋ ਗਿਆ ਹੈ, ਸਿੱਖ ਇਤਿਹਾਸ ਨੂੰ ਆਪਣੇ ਹਿਸਾਬ ਨਾਲ ਲਿਖ ਕੇ ਬਦਲ ਰਿਹਾ ਹੈ, ਸਿੱਖ ਸਿਧਾਂਤਾਂ ਵਿੱਚ ਰਲ ਗੱਡ ਕਰ ਰਿਹਾ ਹੈ। ਸਿੱਖ ਇਤਿਹਾਸ ਨੂੰ ਲੈ ਕੇ ਵੱਡੇ ਵੱਡੇ ਝੂਠ ਨਾਲ ਇੰਟਰਨੈਟ ਭਰ ਦਿੱਤਾ ਗਿਆ ਹੈ। ਇਸ ਸਭ ਦਾ ਮਕਸਦ ਕੀ ਹੈ? ਇਹ ਚਿੱਟੇ ਦਿਨ ਵਾਂਗੂ ਬਿਲਕੁਲ ਸਾਫ਼ ਹੈ। ਅਕਾਲੀ ਦਲ ਬਾਦਲ ਨੇ ਸੰਘ ਨਾਲ ਯਾਰੀ ਪਾ ਕੇ ਰੱਖੀ, ਦਹਾਕਿਆਂ ਤੱਕ ਬਿਨਾਂ ਸ਼ਰਤ ਭਾਜਪਾ ਨੂੰ ਸਮਰਥਨ ਦਿੱਤਾ। ਨਤੀਜਾ, ਪੰਥ ਦੀਆਂ ਸਾਰੀਆਂ ਸੰਸਥਾਵਾਂ ਵਿੱਚ ਸੰਘ ਵੜ ਗਿਆ। ਪੰਜਾਬ ਭਰ ਵਿੱਚ ਸੰਘ ਦੀਆਂ ਸ਼ਾਖਾਵਾਂ ਚੱਲ ਪਈਆਂ। ਸੰਘ ਦੇ ਸਕੂਲ ਖੁੱਲ੍ਹ ਗਏ। ਉੱਥੇ ਪੰਜਾਬੀ ਨੂੰ ਭੰਡਿਆ ਜਾਂਦਾ ਹੈ। ਸਿੱਖਾਂ ਬਾਰੇ ਜੋ ਪੜ੍ਹਾਇਆ ਜਾ ਰਿਹਾ ਹੈ, ਉੱਥੇ ਪੜ੍ਹਦੇ ਬੱਚਿਆਂ ਤੋਂ ਸਿੱਖੀ ਕਕਾਰਾਂ ਅਤੇ ਸਿੱਖੀ ਸਿਧਾਂਤਾਂ ਬਾਰੇ ਸੁਣ ਕੇ ਦੇਖੋ, ਉਹਨਾਂ ਦੀਆਂ ਟੈਕਸਟ ਬੁੱਕਸ ਦੇਖੋ, ਅੱਖਾਂ ਖੁੱਲ੍ਹ ਜਾਣਗੀਆਂ। ਬਹੁਤੇ ਕੇਸਾਧਾਰੀ ਦਿਸਦੇ ਸਿੱਖ ਅੰਦਰੋਂ ਨਿੱਕਰ ਧਾਰੀ ਬਣ ਚੁੱਕੇ ਹਨ। ਭਾਜਪਾ ਨੇ ਅਕਾਲੀ ਦਲ ਦਾ ਸਮਰਥਨ ਲੈ ਕੇ ਐਸੀ ਖੇਡ ਖੇਡੀ ਕਿ ਅੱਜ ਭਾਜਪਾ ਪੰਜਾਬ ਵਿੱਚ ਇਕੱਲੇ ਚੋਣ ਮੈਦਾਨ ਵਿੱਚ ਨਿਤਰਨ ਜੋਗੀ ਹੋ ਗਈ ਹੈ। ਲੇਕਿਨ ਅਕਾਲੀ ਦਲ ਖਤਮ ਹੋ ਚੁੱਕਾ ਹੈ। ਉਸ ਦੇ ਆਗੂ ਪੰਥ ਦੇ ਗੁਨਾਹਗਾਰ ਬਣ ਕੇ ਨਕਾਰੇ ਜਾ ਚੁੱਕੇ ਹਨ। ਇਹੀ ਇਸਨੇ ਜੰਮੂ ਕਸ਼ਮੀਰ ਵਿੱਚ TDP ਨਾਲ ਕੀਤਾ, ਇਹੀ ਮਹਾਰਾਸ਼ਟਰ ਦੀ ਸ਼ਿਵ ਸੈਨਾ ਨਾਲ। ਇਹ ਭਾਜਪਾ ਦੀ ਫਿਤਰਤ ਹੈ, ਸੰਘ ਦੀ ਪਾਲਿਸੀ ਹੈ। ਵਿੱਚ ਵੜ ਜਾਓ, ਐਸੀ ਖੇਡ ਖੇਡੋ, ਆਪਸ ਵਿੱਚ ਹੀ ਖਹਿੰਦੇ ਫਿਰਨ, ਬੌਂਦਲ ਜਾਣ, ਪਾਣੀ ਮੰਗਣ ਜੋਗੇ ਵੀ ਨਾ ਬਚਣ। ਕੇਂਦਰ ਵਿੱਚ ਕਾਬਜ਼ ਹੋਣ ਮਗਰੋਂ ਤਾਂ ਪੰਜਾਬ ਤੋਂ ਬਾਹਰ ਹੋਰ ਸੂਬਿਆਂ ਦੇ ਸਾਰੇ ਹੀ ਗੁਰਧਾਮਾਂ, ਤਖਤ ਸਾਹਿਬਾਨਾਂ ਤੇ ਵੀ RSS ਕਾਬਜ਼ ਹੋ ਚੁੱਕੀ ਹੈ। ਇਹ ਵੀ ਖਤਰੇ ਦੀ ਘੰਟੀ ਹੈ। ਪਿਛਲੇ 10-11 ਸਾਲਾਂ ਵਿੱਚ ਇਹ ਤਾਂ ਸਿਰਫ ਸ਼ੁਰੂਆਤ ਹੈ। ਭੀੜ ਸਿੱਖਾਂ ਦੇ ਖਿਲਾਫ ਤਿਆਰ ਹੋ ਚੁੱਕੀ ਹੈ। ਜਿਨ੍ਹਾਂ ਨੂੰ ਨਹੀਂ ਯਕੀਨ, ਉਹ 2022 ਵਿੱਚ ਫਿਰੋਜ਼ਪੁਰ ਨੇੜੇ ਕਿਸਾਨ ਪ੍ਰੋਟੈਸਟ ਕਰਕੇ ਨਰਿੰਦਰ ਮੋਦੀ ਦੇ ਬਿਨਾਂ ਰੈਲੀ ਨੂੰ ਸੰਬੋਧਨ ਕੀਤੇ ਵਾਪਸ ਜਾਣ ਦੀ ਖਬਰ ਤੇ ਬਾਅਦ ਭਾਜਪਾ IT ਸੈੱਲ ਅਤੇ ਸੋਸ਼ਲ ਮੀਡੀਆ ਦੀਆਂ ਪੋਸਟਾਂ ਪੜ੍ਹ ਕੇ ਦੇਖ ਸਕਦੇ ਹਨ। ਪਿਛਲੀਆਂ ਚੋਣਾਂ ਵਿੱਚ UP ਵਿੱਚ ਇੱਕ BJP ਨੇਤਾ ਨੇ ਸਿੱਖਾਂ ਦੇ ਗੁਰਦੁਆਰੇ ਨੂੰ ਨਾਸੂਰ ਕਿਹਾ ਸੀ। ਗੁਰੂ ਨਾਨਕ ਸਾਹਿਬ ਦੀ ਯਾਦਗਾਰ ਗਿਆਨ ਗੋਦੜੀ ਸਾਹਿਬ ਹਰਿਦੁਆਰ, ਗੁਰਦੁਆਰਾ ਡਾਂਗਮਾਰ ਵਰਗੇ ਹੋਰ ਕਈ ਸਿੱਖਾਂ ਦੇ ਇਤਿਹਾਸਕ ਸਥਾਨਾਂ ਤੇ ਕਿਸਨੇ ਕਬਜ਼ਾ ਕੀਤਾ ਹੈ? ਕੀ ਇਹ ਵੀ ਦੱਸਣ ਦੀ ਲੋੜ ਹੈ? ਕਕਾਰਾਂ ਤੇ ਹਮਲੇ ਦੀ ਖਬਰ ਤਾਂ ਹੁਣ ਆਮ ਗੱਲ ਬਣ ਗਈ ਹੈ। ਪੰਜਾਬ ਦੇ ਹੀ ਕਈ ਪ੍ਰਾਈਵੇਟ ਸਕੂਲਾਂ ਵਿੱਚ ਕੜੇ ਉਤਰਵਾਉਣ ਦੀਆਂ ਖਬਰਾਂ ਹਨ। ਹੋਰ ਛੱਡੋ, ਇੱਕ ਤਾਜ਼ਾ ਵਾਕਿਏ ਨੂੰ ਸੁਣੋ। ਹਾਲ ਹੀ ਵਿੱਚ ਰਾਜਸਥਾਨ ਦੇ ਜੋਧਪੁਰ ਵਿੱਚ ਜੱਜਾਂ ਦੀ ਭਰਤੀ ਦਾ ਇਮਤਿਹਾਨ ਹੋਇਆ। ਇਸ ਐਂਟਰੈਂਸ ਇਮਤਿਹਾਨ ਵਿੱਚ ਰੋਪੜ ਪੰਜਾਬ ਦੇ ਲਾਅ ਕਾਲਜ ਦੀ ਇੱਕ ਅਸਿਸਟੈਂਟ ਪ੍ਰੋਫੈਸਰ ਲਖਵਿੰਦਰ ਕੌਰ ਵੀ ਇਮਤਿਹਾਨ ਦੇਣ ਲਈ ਗਈ ਸੀ। ਇਹ ਅੰਮ੍ਰਿਤਧਾਰੀ ਹੈ। ਇਸ ਨੂੰ ਐਗਜ਼ਾਮੀਨੇਸ਼ਨ ਹਾਲ ਵਿੱਚ ਤਦ ਤੱਕ ਦਾਖਲ ਨਹੀਂ ਹੋਣ ਦਿੱਤਾ ਗਿਆ ਜਦ ਤੱਕ ਇਸਨੇ ਆਪਣਾ ਕੜਾ ਅਤੇ ਕਿਰਪਾਨ ਨਹੀਂ ਲਾ ਦਿੱਤਾ। ਇਸੇ ਕਸ਼ਮਕਸ਼ ਵਿੱਚ ਉਸ ਨੂੰ ਇੰਨਾ ਮਾਨਸਿਕ ਤਣਾਅ ਹੋਇਆ ਅਤੇ ਸਮਾਂ ਬਰਬਾਦ ਹੋਇਆ ਕਿ ਉਹ ਪ੍ਰੀਖਿਆ ਹਾਲ ਵਿੱਚ ਦਾਖਲ ਹੋ ਕੇ ਵੀ ਪੇਪਰ ਪੂਰਾ ਨਹੀਂ ਕਰ ਸਕੀ। ਸਿੱਖੀ ਕਕਾਰਾਂ ਕਰਕੇ ਫਿਰਕੂ ਸੋਚ ਨੇ ਇਸ ਬੱਚੀ ਤੋਂ ਇਸ ਦੇ ਜੱਜ ਹੋਣ ਦਾ ਮੌਕਾ ਖੋਹ ਲਿਆ। ਇੱਥੇ ਹੀ ਬਸ ਨਹੀਂ, ਠਹਿਰੋ, ਜ਼ਰਾ ਉਸ ਭੀੜ ਦੇ ਵਿਚਾਰ ਵੀ ਸੁਣੋ। ਇਸ ਇਨਸੀਡੈਂਟ ਨੂੰ ਲੈ ਕੇ ਉਸ ਦੀਆਂ ਸੋਸ਼ਲ ਪੋਸਟਾਂ ਦਾ ਇੱਕ ਨਮੂਨਾ ਵੀ ਦੇਖੋ। ਤੁਹਾਡੀ ਸਕਰੀਨ ਤੇ ਸੱਜੇ ਪਾਸੇ 1, 2 ਅਤੇ 3 ਨੰਬਰ ਲੱਗੀਆਂ 3 ਪੋਸਟਾਂ ਨੂੰ ਪੜ੍ਹਦੇ ਹਾਂ। ਕੀ ਲਿਖਿਆ ਹੈ?
ਜ਼ਾਹਿਰਾ ਤੌਰ ਤੇ ਅਸੀਂ ਉਹੀ ਕਮੈਂਟ ਇੱਥੇ ਚੁਣੇ ਹਨ ਜਿਨ੍ਹਾਂ ਦੀ ਭਾਸ਼ਾ ਅਸੀਂ ਇੱਥੇ ਤੁਹਾਨੂੰ ਸੁਣਾ ਸਕਦੇ ਹਾਂ। ਪਹਿਲੀ ਪੋਸਟ ਕਿਸੇ ਪੈਟਰੀਓਟ ਦੇ ਮੁਖੌਟੇ ਦੇ ਨਾਮ ਤੇ ਥੱਲੇ ਬਣੀ ਹੋਈ ਹੈ। ਉਹ ਲਿਖਦਾ ਹੈ, ਵੰਡ ਤੋਂ ਬਾਅਦ ਜਦ ਤੋਂ ਸਿੱਖ ਭਾਰਤ ਆਏ ਹਨ, ਬਹੁਤੇ ਸਿੱਖਾਂ ਨੇ ਮਸਲੇ ਹੀ ਖੜੇ ਕੀਤੇ ਹੋਏ ਹਨ। ਉਹ ਹਟਣਗੇ ਨਹੀਂ ਅਤੇ ਹਰ ਗੱਲ ਲਈ ਭਾਜਪਾ ਅਤੇ ਹਿੰਦੂਆਂ ਨੂੰ ਦੋਸ਼ ਦੇਣਗੇ। ਉਹਨਾਂ ਨੂੰ ਵਾਪਸ ਪਾਕਿਸਤਾਨ ਭੇਜ ਦਿੱਤਾ ਜਾਣਾ ਚਾਹੀਦਾ ਹੈ। ਦੂਜੀ ਪੋਸਟ ਵਿੱਚ ਲਿਖਿਆ ਹੈ, ਇਸ ਦੇਸ਼ ਦੇ ਕਾਨੂੰਨ ਨੂੰ ਮੰਨੋ, ਜੇ ਨਹੀਂ ਤਾਂ ਆਪਣਾ ਕੰਮ ਕਰੋ, ਇम्तिहान ਨੂੰ ਭੁੱਲ जाओ। तीजा लिखता है, आप जज बनने को गए थे, इसलिए एग्ज़ाम हाल में बुर्का पगड़ी ये सब अलाउ नहीं है। अगर धर्म को लेकर इतना कट्टर हो तो आपको स्टडी में नहीं आना चाहिए, आप धार्मिक प्रोग्राम में भाग लें बस। ये एग्ज़ाम देना बंद कर दो, नाटक है ये सब। हुण तुसी दसो, होर ककारां ते हमला की हुंदा है? ਅੱਜ ਤੁਸੀਂ ਗਿਆਨ ਗੋਦੜੀ ਵਰਗੇ ਇਤਿਹਾਸਕ ਗੁਰਦੁਆਰਿਆਂ ਵਿੱਚ ਵੜ ਨਹੀਂ ਸਕਦੇ। ਕੀ ਗਲਤ ਕਿਹਾ ਹੈ ਰਾਹੁਲ ਗਾਂਧੀ ਨੇ? ਜੋ ਅੱਜ ਮੁਸਲਮਾਨਾਂ ਨਾਲ ਹੋ ਰਿਹਾ ਹੈ, ਕੱਲ ਨੂੰ ਈਸਾਈਆਂ ਅਤੇ ਸਿੱਖਾਂ ਨਾਲ ਨਹੀਂ ਹੋਵੇਗਾ। ਇਹ ਕਿਆਸ ਕਿਵੇਂ ਗਲਤ ਕਿਹਾ ਜਾ ਸਕਦਾ ਹੈ? ਗੱਲ ਉਹਨਾਂ ਸਿੱਖਾਂ ਦੀ ਹੈ ਜੋ ਕਹਿੰਦੇ ਹਨ ਕਿ ਭਾਰਤ ਵਿੱਚ ਸਿੱਖਾਂ ਨੂੰ ਪੂਰੀ ਆਜ਼ਾਦੀ ਹੈ, ਸਿੱਖਾਂ ਨੂੰ ਕੋਈ ਖਤਰਾ ਨਹੀਂ, ਲੇਕਿਨ ਉਹੀ ਡਰ ਦੇ ਮਾਰੇ ਕਹਿੰਦੇ ਹਨ ਕਿ ਫਲਾਣੀ ਗੱਲ ਦਾ ਅਸਰ ਪੰਜਾਬ ਤੋਂ ਬਾਹਰ ਬੈਠੇ ਸਿੱਖਾਂ ਤੇ ਮਾੜਾ ਹੋਵੇਗਾ, ਉਹਨਾਂ ਦੇ ਜਾਨ ਮਾਲ ਨੂੰ ਖਤਰਾ ਬਣ ਸਕਦਾ ਹੈ। ਦੱਸੋ ਬਈ, ਜਿਸਨੇ ਗੁਨਾਹ ਨਹੀਂ ਕੀਤਾ ਉਸ ਨੂੰ ਸਫਾਈਆਂ ਦੇਣੀਆਂ ਪੈਣ ਜਾਂ ਖਾਮਿਆਜਾ ਭੁਗਤਣ ਦਾ ਡਰ ਪੈ ਜਾਏ? ਇਹ ਕਿਹੜੀ ਆਜ਼ਾਦੀ ਹੈ? ਖੁਸ਼ਾਮਦ ਦੇ ਸਿਰ ਤੇ ਸਿਆਸਤ ਵਿੱਚ ਬੈਠੇ ਸਿੱਖ ਇਹ ਸੱਚ ਮੰਨਣ ਨੂੰ ਤਿਆਰ ਨਹੀਂ। ਹਾਲਾਂਕਿ ਅੰਦਰੋਂ ਉਹਨਾਂ ਨੂੰ ਵੀ ਪਤਾ ਹੈ ਕਿ ਇਹ ਸਾਰੇ ਹੀ ਖਾਲਸੇ ਜੀ ਕੇ ਬੋਲਬਾਲੇ ਤੋਂ ਨਫ਼ਰਤ ਕਰਦੇ ਹਨ। ਤੁਹਾਡੀ ਕੀ ਰਾਏ ਹੈ? ਆਪਣੇ ਵਿਚਾਰ ਹੇਠਾਂ ਕਮੈਂਟ ਬਾਕਸ ਵਿੱਚ ਸਾਂਝੇ ਕਰੋ। ਬੇਨਤੀ ਹੈ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਦੇਣਾ, ਨਾਲ ਲੱਗੀ ਘੰਟੀ ਨੂੰ ਵੀ ਦਬਾ ਦੇਣਾ। ਆਜ਼ਾਦ ਪੰਥਕ ਪੱਤਰਕਾਰਤਾ ਨੂੰ ਮਜ਼ਬੂਤ ਕਰਨ ਵਿੱਚ ਤੁਸੀਂ ਵੀ ਆਪਣਾ ਅਣਮੁੱਲਾ ਯੋਗਦਾਨ ਪਾ ਸਕਦੇ ਹੋ। ਇਸ ਚੈਨਲ ਦੀ ਮੈਂਬਰਸ਼ਿਪ ਲੈ ਕੇ ਅਤੇ ਥੈਂਕਸ ਦੇ ਬਟਨ ਰਾਹੀਂ ਸਾਡੀ ਆਰਥਿਕ ਮਦਦ ਕਰ ਸਕਦੇ ਹੋ। ਇਸੇ ਨਾਲ ਦਿਓ ਇਜਾਜ਼ਤ। तब तक पाओ गुरु ਵੱਲੋਂ बख्शी हुई फतेह की सांझ। वाहिगुरु जी का खालसा, वाहिगुरु जी की फतेह। ਕਿਉਂ ਗੁਰੂ ਨਾਨਕ ਸਾਹਿਬ ਦੇ ਸਮੇਂ ਤੋਂ ਹੀ ਹੁੰਦਾ ਆਇਆ ਹੈ ਸਿੱਖੀ ਦਾ ਵਿਰੋਧ। ਤੁਰਕਾਂ ਤੋਂ ਲੈ ਕੇ ਮੁਗਲਾਂ ਤੱਕ ਖੁਰਾਕ ਖੋਜ ਮਿਟਾਉਣ ਦੀ ਮੁਹਿੰਮ, ਮਿਲਾਵਟ ਰਲਾਉਣ ਦੀ ਮੁਹਿੰਮ। ਤਿਲਕ ਜੰਜੂ ਦੇ ਰਾਖੇ ਸੀ ਪਰ ਪਹਾੜੀ ਰਾਜੇ ਬਣੇ ਦੁਸ਼ਮਣ। ਉਹਨਾਂ ਹੀ ਜ਼ਰਾਇਮ ਪੇਸ਼ਾ ਕੌਮ ਕਿਹਾ ਜਿਨ੍ਹਾਂ ਲਈ ਜਾਨਾਂ ਵਾਰ ਗਏ ਸਨ। ਆਖਿਰ ਸਿੱਖ ਹਮੇਸ਼ਾ ਕਿਉਂ ਰਹੇ ਨਿਸ਼ਾਨੇ ਤੇ? ਜੇ ਜਾਣਨਾ ਹੈ ਸੱਚ ਤਾਂ ਪੜ੍ਹੋ ਨਾਵਲ ਦ ਐਨਵੀ ਟਰੁਥ। ਇਹ ਐਮਾਜ਼ੋਨ ਤੇ ਉਪਲਬਧ ਹੈ। ਕਿੰਡਲ ਅਤੇ ਹੋਰ ਆਨਲਾਈਨ ਬੁੱਕ ਸਾਈਟ ਤੇ ਵੀ ਪੜ੍ਹਿਆ ਜਾ ਸਕਦਾ ਹੈ। ਇਸ ਦਾ ਪੰਜਾਬੀ ਰੂਪ ਨਿਰਵੈਰ ਸੰਗ ਵੈਰ। ਪ੍ਰਕਾਸ਼ਕ ਹਨ ਸਿੰਘ ਬ੍ਰਦਰਸ ਅੰਮ੍ਰਿਤਸਰ।